ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦਾ ਸਮੇਂ ਹੈ, ਉਸ ਸੱਚੇ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਦੀ ਵਡਿਆਈ ਦੀ ਵਿਚਾਰ ਵਿੱਚ ਜੁੜੀਏ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਦੇ ਨਾਲ ਉਪਦੇਸ਼ ਕਰ ਰਹੇ ਨੇ। ਮਤ ਜਾਣ ਸਹਿ ਗੱਲੀ ਪਾਇਆ ਕਿ ਮਨਾ ਇਸ ਭੁਲੇਖੇ ਦੇ ਵਿੱਚ ਨਾ ਰਹੀ ਕਿ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਸੰਸਾਰੀ ਦਿਖਾਵੇ ਪਖੰਡ ਗੱਲਾਂ ਬਾਤਾਂ ਦੇ ਨਾਲ ਤੈਨੂੰ ਪ੍ਰਾਪਤ ਹੋ ਜਾਏਗਾ। ਇਸ ਭੁਲੇਖੇ ਦੇ ਵਿੱਚ ਰਹਿਣਾ ਆਪਣਾ ਨੁਕਸਾਨ ਖੁਦ ਕਰਨ ਦੇ ਬਰਾਬਰ ਹੈ। ਜਿਵੇਂ ਕਬੂਤਰ ਦੇ ਅੱਖਾਂ ਬੰਦ ਕਰਨ ਦੇ ਨਾਲ ਬਿੱਲੀ ਨੂੰ ਦਿਖਣਾ ਬੰਦ ਨਹੀਂ ਹੁੰਦਾ, ਐਵੇਂ ਤੇਰੇ ਭੁਲੇਖੇ ਦੇ ਵਿੱਚ ਰਹਿਣ ਨਾਲ ਪਰਮੇਸ਼ਰ ਦੀ ਪ੍ਰਾਪਤੀ, ਪਰਮੇਸ਼ਰ ਦੀ ਕਿਰਪਾ ਤੈਨੂੰ ਨਹੀਂ ਪ੍ਰਾਪਤ ਹੋਣੀ, ਬਲਕਿ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰਦਾ, ਉਹਦੇ ਅੱਗੇ ਹਨੇਰਾ ਆ ਜਾਂਦਾ। ਉਹ ਹਨੇਰਾ ਐਸਾ ਆਉਂਦਾ ਕਿ ਸਦਾ ਹੀ ਹਨੇਰ ਹੋ ਜਾਂਦਾ, ਦਿਖਣਾ ਬੰਦ, ਕਿਉਂਕਿ ਉਹਨੂੰ ਮਾਰ ਦਿੰਦੀ ਹੈ। ਇਸ ਭੁਲੇਖੇ ਦੇ ਵਿੱਚ ਰਵੇਂਗਾ ਕਿ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਗੱਲਾਂ ਬਾਤਾਂ ਦੇ ਨਾਲ, ਸੰਸਾਰੀ ਪਖੰਡ ਦਿਖਾਵਿਆਂ ਦੇ ਨਾਲ, ਝੂਠੇ ਫਜ਼ੂਲ ਕਰਮ ਕਾਂਡਾਂ ਦੇ ਨਾਲ ਪ੍ਰਾਪਤ ਹੋਏਗਾ। ਇਹਦੇ ਵਿੱਚ ਤੇਰਾ ਹੀ ਨੁਕਸਾਨ ਹੈ। ਮਾਲ ਕੀ ਮਾਣ ਹੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। ਤੇਰੇ ਕੋਲ ਜਿੰਨਾ ਮਰਜ਼ੀ ਧਨ ਮਾਲ ਹੈ, ਜ਼ਮੀਨ ਜਾਇਦਾਦ, ਡੰਗਰ ਬੱਛਾ, ਕਾਰਾਂ ਗੱਡੀਆਂ, ਬੈਂਕ ਬੈਲੈਂਸ ਜੋ ਵੀ ਹੈ, ਰੂਪ ਕੀ ਸੋਭਾ, ਤੂੰ ਜਿੰਨਾ ਮਰਜ਼ੀ ਸੋਹਣਾ ਹੈ, ਤੇਰੇ ਵਿੱਚ ਸੰਸਾਰੀ ਕਿੰਨੇ ਵੀ ਗੁਣ ਨੇ, ਗਾਣ ਵਾਲੇ, ਬੋਲਣ ਵਾਲੇ, ਲੜਨ ਵਾਲੇ, ਹੋਰ ਇਤ ਵਿਧੀ ਜਨਮ ਗਵਾਇਆ। ਇਹਨਾਂ ਸਾਰਿਆਂ ਦੇ ਹੋਣ ਕਰਕੇ ਵੀ ਅਗਰ ਤੂੰ ਬੰਦਗੀ ਨਹੀਂ ਕੀਤੀ, ਈਸ਼ਵਰ ਚਿੰਤਨ ਨਹੀਂ ਕੀਤਾ, ਤਾਂ ਤੇਰਾ ਮਨੁੱਖਾ ਜਨਮ ਬੇਅਰਥ। ਅੱਜ ਦਾ ਜੋ ਲੜੀਵਾਰ ਹੁਕਮਨਾਮਾ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ। 27 ਨੰਬਰ ਸਾਧ ਸੰਗਤ ਜੀ ਇਹ ਸ਼ਬਦ ਹੈ, ਤੇ ਤੀਸਰੇ ਘਰ ਦੇ ਵਿੱਚ ਸਤਿਗੁਰਾਂ ਨੇ ਇਸ ਸ਼ਬਦ ਨੂੰ ਗਾਣ ਦੀ ਤਾਕੀਦ ਕੀਤੀ ਹੈ। ਇਸ ਸ਼ਬਦ ਦਾ ਜੋ ਮੂਲ ਭਾਵ, ਕੇਂਦਰੀ ਭਾਵ, ਸੈਂਟਰ ਆਈਡੀਆ, ਜਿਹਨੂੰ ਮੁੱਖ ਰੱਖ ਕੇ ਸਤਿਗੁਰਾਂ ਨੇ ਸ਼ਬਦ ਉਚਾਰਿਆ ਹੈ, ਉਹਦੀ ਅਸੀਂ ਸੰਖੇਪ ਦੇ ਵਿੱਚ ਵਿਚਾਰ ਕੀਤੀ ਹੈ। ਉਹਨਾਂ ਪੰਕਤੀਆਂ ਦਾ ਸਾਧ ਸੰਗਤ ਜੀ ਪਾਠ ਆਪ ਜੀ ਦੁਆਰਾ ਸਰਵਣ ਕਰੋ। ਮਤ ਜਾਣ ਸਹਿ ਗੱਲੀ ਪਾਇਆ। ਤੂੰ ਇਸ ਭੁਲੇਖੇ ਦੇ ਵਿੱਚ ਨਾ ਰਵੀਂ ਕਿ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਗੱਲਾਂ ਬਾਤਾਂ ਦੇ ਨਾਲ ਪ੍ਰਾਪਤ ਹੁੰਦਾ। ਇੱਥੋਂ ਗੱਲਾਂ ਬਾਤਾਂ ਦਾ ਮਤਲਬ ਕੀ ਹੈ ਕਿ ਕੇਵਲ ਤੇਰੇ ਕੋਲ ਪਖੰਡ ਹੈ, ਤੇਰੇ ਕੋਲ ਜੀਵਨ ਨਹੀਂ ਚੰਗਾ। ਭਾਵੇਂ ਤੂੰ ਧਾਰਮਿਕ ਸਥਾਨਾਂ ਤੇ ਰਹਿ ਰਿਹਾ, ਧਾਰਮਿਕ ਬਣ ਗਿਆ, ਧਾਰਮਿਕ ਪੋਸ਼ਾਕਾਂ ਪਹਿਨ ਲਈਆਂ ਗਈਆਂ, ਰੱਬ ਦੀਆਂ ਗੱਲਾਂ ਵੀ ਕਰਦਾ ਹੈ, ਆਰਤੀਆਂ ਵੀ ਕਰਦਾ ਹੈ, ਨਵਾਜ਼ਾਂ ਵੀ ਪੜ੍ਹਦਾ ਹੈ, ਪੂਜਾ ਵੀ ਕਰਦਾ ਹੈ, ਪਰ ਤੇਰਾ ਜੀਵਨ ਨਹੀਂ ਹੈਗਾ, ਤਾਂ ਸਤਿਗੁਰੂ ਜੀ ਕਹਿੰਦੇ ਇਤ ਵਿਧੀ ਜਨਮ ਗਵਾਇਆ। ਇਹ ਸਾਰੇ ਕਰਮ ਕਾਂਡਾਂ ਕਰਕੇ ਤੇਰਾ ਜਨਮ ਖਤਮ। ਕਿਉਂ? ਤੂੰ ਇਹ ਕੰਮ ਕਰਕੇ ਇਕੱਠਾ ਕੀ ਕੀਤਾ ਹੈਗਾ? ਮਾਲ ਕੈ ਮਾਣੈ ਰੂਪ ਕੀ ਸੋਭਾ, ਪੈਸਾ ਇਕੱਠਾ ਕੀਤਾ। ਪੈਸਾ ਇਕੱਠਾ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਉਹ ਜੀਵਨ ਨਿਰਵਾਹ ਹੈ, ਪਰ ਮੁੱਖ ਰੂਪ 'ਚ ਤਾਂ ਬੰਦਗੀ ਹੈ।
ਸਤਿਗੁਰੂ ਜੀ ਬਚਨ ਕਰਦੇ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਤੂੰ ਜਿਤਨੇ ਵੀ ਕਰਮ ਕਰਦਾ ਹੈ ਉਹ ਮਨੁੱਖਾ ਜਨਮ ਸਫਲ ਨਹੀਂ ਬਲਕਿ ਨਿਸ਼ਫਲ ਕਰਦੇ ਹੈ। ਤੂੰ ਇਸ ਭੁਲੇਖੇ ਵਿੱਚ ਨਾ ਰਵੀਂ। ਹੁਣ ਜਨਮ ਕਿਵੇਂ ਸਫਲ ਕਰਨਾ ਹੈ, ਜਨਮ ਸਫਲ ਕਿਵੇਂ ਕਰਨਾ ਹੈ, ਇਹ ਸਾਧ ਸੰਗਤ ਜੀ ਸਤਿਗੁਰੂ ਜੀ ਇਸ ਪੂਰੇ ਸ਼ਬਦ ਦੇ ਵਿੱਚ ਵਿਸਥਾਰ ਬੜੇ ਸੋਹਣੇ ਅਤੇ ਸਰਲ ਤਰੀਕੇ ਦੇ ਨਾਲ ਸਮਝਾ ਰਹੇ ਨੇ। ਹੁਣ ਆਪਾਂ ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ। ਸਭ ਤੋਂ ਪਹਿਲਾਂ ਸੁਰਤ ਨੂੰ ਇਕਾਗਰ ਕਰੀ ਸ਼ਬਦ ਨਾਲ ਜੋੜੀਏ। ਇੱਕ ਗੱਲ ਹਮੇਸ਼ਾ ਚੇਤੇ ਰੱਖਿਓ, ਸ਼ੁੱਧ ਅਤੇ ਇਕਾਗਰ ਦੇ ਵਿੱਚ ਫਰਕ ਹੁੰਦਾ ਹੈਗਾ। ਸ਼ੁੱਧ ਅਤੇ ਇਕਾਗਰ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ 1430 ਅੰਗ ਮਨ ਪੜ੍ਹ ਕੇ ਸ਼ੁੱਧ ਹੋਏਗਾ, ਗੁਸਤਾਖੀ ਮਾਫ ਕਰਨਾ ਇਕਾਗਰ ਨਹੀਂ ਹੋਏਗਾ। ਇਕਾਗਰ ਦਾ ਮਤਲਬ ਹੈ ਇੱਕ ਦੇ ਦੁਆਲੇ। ਹੁਣ ਮਨ ਇੱਕ ਅੰਗ ਤੋਂ 1400 ਅੰਗਾਂ ਤੱਕ ਜਾ ਰਿਹਾ, ਇਕਾਗਰ ਕਿਵੇਂ ਹੋਇਆ? ਸ਼ੁੱਧ ਜ਼ਰੂਰ ਹੋ ਜਾਏਗਾ, ਮਨ ਦੇ ਵਿੱਚ ਪਾਪ ਨਹੀਂ ਆਉਣਗੇ, ਵਿਕਾਰ ਨਹੀਂ ਆਉਣਗੇ। ਇੱਕੋ ਹੀ ਸ਼ਬਦ ਨੂੰ ਬਾਰ-ਬਾਰ ਗੁਰ ਸ਼ਬਦੀ ਇਹ ਮਨ ਹੋ ਰਹੀ ਹੈ, ਬਾਰ-ਬਾਰ ਰਟਨ ਕਰਾਂਗੇ ਤਾਂ ਮਨ ਇਕਾਗਰ ਹੋਏਗਾ। ਜਿਵੇਂ ਇੱਕ ਸ਼ੀਸ਼ਾ ਹੈ, ਸ਼ੀਸ਼ਾ ਸਾਫ਼ ਹੋਣਾ ਵੱਖਰੀ ਗੱਲ ਹੈ, ਸ਼ੀਸ਼ਾ ਸਾਫ਼ ਹੋ ਕੇ ਟਿਕ ਜਾਣਾ ਵੱਖਰੀ ਗੱਲ ਹੈ। ਗੁਰਬਾਣੀ ਪੜ੍ਹ ਕੇ ਮਨ ਸਾਫ਼ ਹੋਣ ਦਾ ਮਤਲਬ ਹੈ ਕਿ ਮਨ ਰੂਪੀ ਸ਼ੀਸ਼ਾ ਸਾਧ ਸੰਗਤ ਜੀ ਸਾਫ਼ ਹੋ ਗਿਆ। ਮਨ ਰੂਪੀ ਸ਼ੀਸ਼ਾ ਸਾਫ਼ ਹੋ ਗਿਆ। ਮਨ ਰੂਪੀ ਸ਼ੀਸ਼ਾ ਤਾਂ ਪੀਰ ਬੁੱਧੂ ਸ਼ਾਹ ਦਾ ਵੀ ਸਾਫ਼ ਸੀਗਾ, ਪਰ ਜੇ ਇੱਥੇ ਗੱਲ ਬਣ ਜਾਂਦੀ ਫਿਰ ਉਹਨੂੰ ਕਲਗੀਧਰ ਪਿਤਾ ਦੇ ਕੋਲ ਜਾਣ ਦੀ ਕੀ ਲੋੜ ਸੀ? ਉਹਾਂ ਤਾਂ ਜਾਈਏ ਜਾਂ ਇਹਾਂ ਨਾ ਹੋਏ। ਉੱਥੇ ਮੈਂ ਇਹ ਨੌਕਰੀ ਛੱਡ ਕੇ ਕਿਤੇ ਹੋਰ ਜਾਊਂਗਾ ਤਾਂ ਅਗਰ ਮੈਨੂੰ ਇੱਥੇ ਨਾਲੋਂ ਵੱਧ ਫੈਸਿਲਿਟੀਆਂ ਮਿਲਣਗੀਆਂ, ਅਗਰ ਸੇਮ ਹੀ ਚੀਜ਼ ਹੈ ਫਿਰ ਮੈਂ ਕਿਉਂ ਜਾਊਂਗਾ? ਕਹਿਣ ਦਾ ਭਾਵ ਗੁਰੂ ਪਿਆਰੇ ਸਾਧ ਸੰਗਤ ਜੀ ਸ਼ੀਸ਼ਾ ਸਾਫ਼ ਹੈ, ਮੂੰਹ ਦਿਖ ਜਾਏਗਾ ਪਰ ਹਿੱਲਦਾ ਪਿਆ, ਟਿਕਿਆ ਨਹੀਂ ਹੈਗਾ, ਮੂੰਹ ਨਹੀਂ ਦਿਖੇਗਾ। ਸ਼ੀਸ਼ਾ ਸਾਫ਼ ਹੋਣਾ ਚਾਹੀਦਾ, ਟਿਕਿਆ ਹੋਣਾ ਚਾਹੀਦਾ, ਫਿਰ ਮੂੰਹ ਨਜ਼ਰ ਆਏਗਾ। ਕਥਾ, ਕੀਰਤਨ, ਪਾਠ ਇਹ ਮਨ ਨੂੰ ਸ਼ੁੱਧ ਕਰਨਗੇ। ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ, ਪਰ ਇਕਾਗਰ ਕੇਵਲ ਗੁਰੂ ਦਾ ਸ਼ਬਦ ਕਰੇਗਾ, ਸੁਰਤ ਦੇ ਨਾਲ ਜੋੜਨਾ ਹੈ। ਬੜੀ ਦੁਰਭਾਗ ਦੀ ਗੱਲ ਹੈ ਕਿ ਸਿੱਖ ਸਮਾਜ ਦੇ ਵਿੱਚ ਬਹੁਤੇ ਪ੍ਰਚਾਰਕ ਵਾਹਿਗੁਰੂ ਸ਼ਬਦ ਨੂੰ ਜਪਣਾ ਤੋਤਾ ਰਟਨ ਕਹਿ ਰਹੇ ਨੇਗੇ। ਪ੍ਰਮਾਣ ਵੀ ਗੁਰਬਾਣੀ ਦੇ ਦੇਈ ਜਾ ਰਹੇ ਨੇ। ਸ਼ਬਦ ਦਾ ਜਪਣਾ ਅਤ ਜ਼ਰੂਰੀ ਹੈ। ਆਓ ਸੁਰਤ ਨੂੰ ਇਕਾਗਰ ਕਰੀਏ। ਕਰੋ ਕਿਰਪਾ। ਵਾਹਿਗੁਰੂ 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 ਵਾਹਿਗੁਰੂ। ਸ੍ਰੀ ਰਾਗ ਮਹਲਾ ਪਹਿਲਾ। ਰਾਗ ਦਾ ਨਾਮ ਸ੍ਰੀ ਰਾਗ ਹੈ ਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਉਚਾਰਿਆ ਹੋਇਆ ਹੈ। ਘਰ ਤੀਜਾ। ਸਤਿਗੁਰਾਂ ਨੇ ਇਸ ਸ਼ਬਦ ਨੂੰ ਤੀਸਰੇ ਸੁਰ ਤਾਲ ਅਰਥਾਤ ਤੀਸਰੇ ਘਰ ਦੇ ਵਿੱਚ ਉਚਾਰਿਆ। ਤਾਂ ਰਾਗੀ ਸਿੰਘਾਂ ਨੂੰ ਇਹ ਤਾਕੀਦ ਹੈ ਕਿ ਇਸ ਸ਼ਬਦ ਨੂੰ ਤੀਸਰੇ ਘਰ ਦੇ ਵਿੱਚ ਪੜ੍ਹਨਾ ਹੈ, ਆਪਣੀ ਮਨਮਰਜ਼ੀ ਨਹੀਂ ਕਰਨੀ। ਇਹ ਨਾਲ ਲਿਖਿਆ ਮਹਾਰਾਜ ਨੇ। ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਵ ਨਿਤ ਦੇਹ ਬਾਣੀ। ਕੱਲ ਆਪਾਂ ਜੋ ਕਥਾ ਸਰਵਣ ਕੀਤੀ ਸੀ ਉਹਦੇ ਵਿੱਚ ਕਾਜ਼ੀ ਨੂਰਦੀਨ ਦਾ ਜ਼ਿਕਰ ਆਇਆ ਸੀਗਾ। ਕੱਲ ਦੀ ਲੜੀ ਥੋੜੀ ਜੋੜ ਲਈਏ।
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਾਬਾ ਕਲਿਆਣ ਦਾਸ ਨੇ ਖੇਤੀ ਕਰਨ ਵਾਸਤੇ ਕਿਹਾ। ਸਤਿਗੁਰਾਂ ਨੇ ਕੁਝ ਦਿਨ ਕਰਵਾਈ ਖੇਤੀ, ਬਾਅਦ ਵਿੱਚ ਮੱਝਾਂ ਚਰ ਗਈਆਂ, ਸਭ ਉਜੜ ਗਿਆ। ਤੇ ਬਾਬਾ ਕਲਿਆਣ ਦਾਸ ਜੀ ਸਤਿਗੁਰਾਂ ਨੂੰ ਨਾਲ ਲੈ ਕੇ ਕਾਜ਼ੀ ਨੂਰਦੀਨ ਕੋਲ ਗਏ। ਇਹ ਤਾਂ ਬੜਾ ਸਿਆਣਾ, ਬੜਾ ਪੜ੍ਹਿਆ ਲਿਖਿਆ, ਆਪਣੀ ਵਿਦਿਆ ਦੁਆਰਾ ਇਹਦੀ ਬੁੱਧੀ ਦੇ ਵਿੱਚ ਇਹ ਸਮਝ ਪਾ ਕਿ ਖੇਤੀ ਕਰਨਾ ਬਹੁਤ ਲਾਹੇਮੰਦ ਹੈ। ਤੇ ਜਦੋਂ ਕਾਜ਼ੀ ਨੂਰਦੀਨ ਨੇ ਸਤਿਗੁਰਾਂ ਨੂੰ ਸਮਝਾਉਣਾ ਕੀਤਾ, ਤੇ ਜਿਹੜਾ ਕੱਲ ਦਾ ਸ਼ਬਦ ਆਪਾਂ ਵਿਚਾਰਿਆ ਸੀ, ਇਹ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਿਆਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੈ ਜਮਾਏ ਲੈ ਇਉ ਪਾਵਸ ਪਦ ਨਿਰਵਾਣੀ। ਧਰਤੀ ਹੈ, ਇਹ ਸਰੀਰ ਹੈ, ਕਰਮ ਤੇਰੇ ਬੀਜ ਨੇ, ਪਰਮੇਸ਼ਰ ਦਾ ਨਾਮ ਹੈ, ਉਹ ਪਾਣੀ ਹੈ। ਮਨ ਜਿਹੜਾ ਹੈਗਾ ਉਹ ਜੱਟ ਜ਼ਿਮੀਂਦਾਰ ਹੈ। ਇਹ ਮਹਾਰਾਜ ਜੀ ਨੇ ਉਪਦੇਸ਼ ਕੀਤਾ। ਹੁਣ ਕਾਜ਼ੀ ਨੂਰਦੀਨ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਿਆ, ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਹੋਰ ਉਪਦੇਸ਼ ਕਰੋ ਤਾਂ ਕਿ ਮੇਰਾ ਮਨ ਹੋਰ ਜੁੜ ਜਾਵੇ, ਕਿਉਂਕਿ ਮੈਂ ਸੰਸਾਰੀ ਬੰਦਾ, ਸੰਸਾਰ ਦੇ ਕੰਮ ਕਰ ਕਰਕੇ ਮੇਰਾ ਅਭਿਆਸ ਪੱਕਿਆ ਪਿਆ। ਮੈਂ ਜਿਤਨਾ ਮਰਜ਼ੀ ਜ਼ੋਰ ਲਾ ਲਾ, ਆ ਜਾ ਕੇ ਮੇਰਾ ਦਿਮਾਗ ਉੱਥੇ ਹੀ ਚਲੇ ਜਾਂਦਾ ਹੈਗਾ। ਤੁਸੀਂ ਮੈਨੂੰ ਸਮਝਾ ਰਹੇ ਹੋ, ਗੱਲ ਮੈਨੂੰ ਚੰਗੀ ਲੱਗਦੀ ਹੈ, ਪਰ ਮੇਰਾ ਅਭਿਆਸ ਉੱਥੇ। ਸਾਧ ਸੰਗਤ ਜੀ, ਕੁਝ ਸਰੀਰ ਦੁਆਰਾ ਕੀਤੇ ਹੋਏ ਅਭਿਆਸ ਨੂੰ ਅਗਰ ਬੰਦਾ ਪਾਗਲ ਵੀ ਹੋ ਜਾਵੇ ਨਾ, ਤਾਂ ਵੀ ਉਹ ਅਭਿਆਸ ਹਟਦਾ ਨਹੀਂ। ਇੱਕ ਬਿਮਾਰੀ ਹੁੰਦੀ ਹੈ ਜਿਹਦਾ ਨਾਮ ਹੈ ਸ਼ਾਰਟ ਮੈਮਰੀ ਪ੍ਰੋਬਲਮ, ਅਰਥਾਤ ਰਾਤੀ ਸੌਂ ਗਿਆ, ਕੱਲ ਕੀ ਬਤੀਤ ਹੋਇਆ ਸਾਰੇ ਭੁੱਲ ਜਾਏਗਾ। ਹੁਣ ਬੰਦਾ ਕੀ ਕਰੇਗਾ? ਉਹਨੂੰ ਇਹ ਨਹੀਂ ਪਤਾ ਮੈਂ ਕੌਣ ਆ, ਮੇਰੀ ਘਰ ਵਾਲੀ ਕੌਣ ਆ, ਪਰਿਵਾਰ ਕੌਣ ਆ, ਸਭ ਕੁਛ। ਇਹਦੇ 'ਤੇ ਕਈ ਮੂਵੀਜ਼ ਵੀ ਬਣੀਆਂ। ਸ਼ਾਰਟ ਜਿਹੜਾ ਆਪਣਾ ਬੰਦਾ ਜੋ ਵੀ ਹੈਗਾ ਉਹ ਭੁੱਲ ਜਾਂਦਾ ਗਾ, ਸ਼ਾਰਟ ਮੈਮਰੀ ਪ੍ਰੋਬਲਮ। ਪਰ ਭੁੱਲ ਜਾਂਦਾ ਹੈ, ਪਰ ਕੁਝ ਸਾਧ ਸੰਗਤ ਜੀ ਉਹਦੀ ਐਕਟੀਵਿਟੀਜ਼, ਹਰਕਤਾਂ, ਹੌਬੀ ਐਸੀਆਂ ਨੇ ਭੁੱਲਣ ਤੋਂ ਬਾਅਦ ਵੀ ਉਹਨੂੰ ਚੇਤੇ ਰਹਿੰਦੀਆਂ। ਹੁਣ ਨਹਾਉਣਾ ਭੁੱਲਦਾ, ਜੰਗਲ ਪਾਣੀ ਭੁੱਲਦਾ, ਬਰਸ਼ ਕਰਨਾ ਭੁੱਲਦਾ, ਰੋਟੀ ਖਾਣਾ ਭੁੱਲਦਾ। ਹੈਗੀਆਂ ਤੇ ਇਹ ਵੀ ਐਕਟੀਵਿਟੀਜ਼ ਨੇ, ਕੰਮ ਨੇਗੇ, ਪਰ ਇਹ ਸਰੀਰ ਦੀਆਂ ਸਾਧ ਸੰਗਤ ਜੀ ਬਣ ਗਈਆਂ ਆਦਤਾਂ, ਤੇ ਆਦਤਾਂ ਛੁੱਟੀਆਂ ਨਹੀਂ ਹੈਗੀਆਂ। ਕਾਜ਼ੀ ਨੂਰਦੀਨ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ ਕਿ ਸਾਡੀਆਂ ਆਦਤਾਂ ਜਿਹੜੀਆਂ ਹੈਗੀਆਂ ਨੇ ਸੰਸਾਰੀ ਬਣੀਆਂ ਪਈਆਂ, ਨਹੀਂ ਛੁੱਟਦੀਆਂ, ਸਾਨੂੰ ਹੋਰ ਉਪਦੇਸ਼ ਕਰੋ। ਤੇ ਮਹਾਰਾਜ ਜੀ ਬਚਨ ਕਰਦੇ ਆ, ਅਮਲ ਕਰ ਧਰਤੀ। ਜੋ ਗੁਰੂ ਨੇ ਉਪਦੇਸ਼ ਦਿੱਤਾ ਨਾ, ਉਹਨੂੰ ਅਮਲ 'ਚ ਲੈ ਕੇ ਆ। ਧਰਤੀ ਬੰਜਰ ਹੋਏਗੀ ਤਾਂ ਬੀਜ ਕਿਵੇਂ ਕੰਮ ਕਰੇਗਾ? ਧਰਤੀ ਉਪਜਾਊ ਹੋਣੀ ਚਾਹੀਦੀ ਹੈ। ਜੋ ਤੈਨੂੰ ਗੁਰੂ ਉਪਦੇਸ਼ ਕਰਦਾ ਪਿਆ, ਉਹਨੂੰ ਅਮਲ ਦੇ ਵਿੱਚ ਲੈ ਕੇ ਆ ਭਾਈ, ਉਹਨੂੰ ਜੀਵਨ 'ਚ ਉਤਾਰ। ਜਿਹੜਾ ਚੰਗਾ ਚਰਿੱਤਰ ਹੈ ਉਹਨੂੰ ਤੂੰ ਆਪਣਾ। ਜਿਵੇਂ ਇਹ ਤਨ ਧਰਤੀ ਬੀਜ ਕਰਮਾ ਕਰੋ, ਸਰੀਰ ਰੂਪੀ ਧਰਤੀ ਹੈ, ਤੇ ਤੇਰੇ ਜਿਹੜੇ ਕਰਮ ਨੇ ਨਾ, ਉਹ ਬੀਜ ਚੰਗੇ ਪਾ ਇਹਦੇ ਵਿੱਚ। ਇੱਥੇ ਕਹਿੰਦੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਇਸ ਜੀਵਨ ਦੇ ਵਿੱਚ ਜੋ ਤੂੰ ਕਰਮ ਕਰਨੇ ਨੇ ਨਾ, ਉਹ ਗੁਰੂ ਦੇ ਦੱਸੇ ਹੋਏ ਨਿਰਦੇਸ਼ ਦੇ ਅਨੁਸਾਰ ਕਰਨੇ ਹੈ, ਜੋ ਗੁਰੂ ਕਹਿ ਰਿਹਾ। ਹੁਣ ਮਹਾਰਾਜ ਜੀ ਕੀ ਬਚਨ ਕਰਦੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਤੂੰ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ। ਦੁੱਖਾਂ ਦੇ ਵਿੱਚ ਦੁਖੀ ਨਾ ਹੋ, ਸੁੱਖਾਂ ਦੇ ਵਿੱਚ ਸੁਖੀ ਨਾ ਹੋ। ਦੁੱਖ ਸੁੱਖ ਤੋਂ ਉੱਪਰ ਦੀ ਅਵਸਥਾ ਆਨੰਦ, ਉਹਦੇ ਵਿੱਚ ਤੂੰ ਵਿਚਰਨ ਕਰਨਾ ਕਰ। ਕਈ ਕਹਿ ਦਿੰਦੇ ਐ ਕਿ ਮੋਹ ਤੋਂ ਬਿਨਾਂ ਪਰਿਵਾਰ ਦੀ ਪਾਲਣਾ ਕਿਵੇਂ ਕਰੀਏ? ਜਿਵੇਂ ਗੁਰੂ ਸਾਹਿਬਾਨ ਨੇ ਕੀਤੀ ਹੈ ਤੇ ਉਪਦੇਸ਼ ਕੀਤਾ ਹੈ, ਜਿਵੇਂ ਗੁਰੂ ਦੇ ਸਿੱਖਾਂ ਨੇ ਸਾਧ ਸੰਗਤ ਜੀ ਮੋਹ ਤੋਂ ਰਹਿਤ ਹੋ ਕੇ ਆਪਣੇ ਪਰਿਵਾਰ ਦੀ ਪਾਲਣਾ ਕੀਤੀ, ਡਿਊਟੀ ਕੀਤੀ ਹੈ, ਉਵੇਂ ਕਰ। ਸੱਚ ਕੀ ਆਪ ਨਿਤ ਦੇਹ ਪਾਣੀ, ਕਹਿੰਦੇ ਜਿਵੇਂ ਸੰਚਾਈ ਕਰਨੀ ਹੈ, ਅਰਥਾਤ ਤੇਰਾ ਜਿਹੜਾ ਜੀਵਨ ਹੋਣਾ ਚਾਹੀਦਾ ਉਹ ਸੱਚ ਤੇ ਚੱਲਣਾ ਚਾਹੀਦਾ। ਇਹ ਨਹੀਂ ਕਿ ਕੱਪੜੇ ਤੇਰੇ ਸਾਫ਼ ਸੁਥਰੇ ਚਿੱਟੇ ਐ ਤੇ ਤੇਰੇ ਕਰਮ ਬੜੇ ਗੰਦੇ ਤੇ ਮੈਲੇ ਹੋਣ, ਐਸਾ ਨਹੀਂ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਤੇਰਾ ਨਾਮ ਕੀ ਹੈ ਭਾਈ? ਕਹਿੰਦਾ ਮੇਰਾ ਨਾਮ ਸੱਜਣ ਹੈ। ਤਾਂ ਕਹਿੰਦੇ ਸੱਜਣ ਹੈ ਤੇ ਫਿਰ ਠੱਗੀ ਕਿਉਂ ਲਾਣਾ? ਸੱਜਣ ਹੈ ਤੇ ਸੱਜਣ ਵਾਲੇ ਕੰਮ ਕਰ। ਸੱਜਣ ਹੈ ਤੇ ਸੱਜਣਾ ਵਾਲੇ ਕੰਮ ਕਰ। ਸੱਜਣ ਹਰ ਕਿਸੇ ਦਾ ਫਾਇਦਾ ਸੋਚਦਾ, ਹਮਦਰਦੀ ਸੋਚਦਾ।
ਸੱਜਣ ਕਿਸੇ ਦਾ ਮਾੜਾ ਨਹੀਂ ਸੋਚਦਾ। ਤੂੰ ਤਾਂ ਖਵਾ ਪਿਆ ਕੇ ਅਗਲੇ ਦੇ ਗਲੇ ਵੱਢਦਾ ਪਿਆ, ਇਹ ਸੱਜਣਾ ਦੇ ਕੰਮ ਨੇ। ਮਾੜਾ ਕਰਮ ਕਰਨਾ ਇਹ ਸੱਚ ਕੀ ਆਮ ਸੱਚ ਦਾ ਪਾਣੀ ਨਹੀਂ, ਇਹ ਝੂਠ ਦਾ ਪਾਣੀ ਹੈ। ਆਪਣੀ ਖੇਤੀ ਨੂੰ ਤੂੰ ਪਾਣੀ ਕਿਹੜਾ ਦੇਣਾ? ਉਪਜਾਊ ਦੇਂਗਾ, ਗੰਦਾ ਮੰਦਾ ਫੈਕਟਰੀਆਂ ਦੇ ਕੈਮੀਕਲ ਵਾਲਾ ਤਾਂ ਨਹੀਂ ਦੇਵੇਂਗਾ। ਉਹਦੇ ਨਾਲ ਤਾਂ ਖੇਤੀ ਸੜ ਜਾਏਗੀ, ਖਰਾਬ ਹੋ ਜਾਏਗੀ। ਅਗਰ ਖੇਤੀ ਹੋ ਵੀ ਗਈ ਉਹਦੇ ਅੰਦਰ ਗੰਦਾ ਅਸਰ ਹੈ, ਖਾਣ ਵਾਲੇ ਬਿਮਾਰ ਹੋਣਗੇ। ਅਸੀਂ ਆਪਣੀ ਖੇਤੀ ਨੂੰ, ਭਾਵੇਂ ਆਪਣੀਆਂ ਸਬਜ਼ੀਆਂ ਫੁੱਲ ਬੂਟਿਆਂ ਨੂੰ ਫਰੈਸ਼ ਤਾਜ਼ਾ ਸਵੱਛ ਪਾਣੀ ਦੇਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਸ੍ਰੀ ਗੁਰੂ